ਹੈਲੋ ਡੀਅਰ ਸਟੂਡੈਂਟਸ, ਬਹੁਤ ਹੀ ਪਿਆਰੇ ਬੱਚਿਓ। ਬੇਟਾ ਮੈਨੂੰ ਉਮੀਦ ਹੈ ਵੀ ਤੁਹਾਡੇ ਪੇਪਰ ਵਧੀਆ ਹੋ ਰਹੇ ਹੋਣਗੇ। ਹੁਣ ਬੇਟਾ 21 ਤਰੀਕ ਨੂੰ ਤੁਹਾਡਾ SSC ਦਾ ਪੇਪਰ ਹੋਣਾ ਹੈ। ਸੋ ਅੱਜ ਆਪਾਂ ਜੋ ਸਾਰੇ ਸਾਲ ਦੇ ਵਿੱਚ ਕੁਝ ਕੁਐਸਚਨਸ ਕੀਤੇ ਸੀ ਉਹਦੇ ਨਾਲ ਸੰਬੰਧਿਤ 8ਵੀਂ ਜਮਾਤ ਦੇ ਆਪਾਂ ਸਮਾਜਿਕ ਵਿਗਿਆਨ ਦੇ ਟਰਨ 2 ਦੇ ਕੁਝ ਇੰਪੋਰਟੈਂਟ ਕੁਐਸਚਨ ਕਰਾਂਗੇ ਤੇ ਫਾਈਨਲ ਪੇਪਰ ਦੀ ਆਪਾਂ ਤਿਆਰੀ ਕਰਾਂਗੇ। ਸੋ ਆਪਾਂ ਦੇਖਦੇ ਹਾਂ ਅੱਜ ਦੇ ਕੁਝ ਇੰਪੋਰਟੈਂਟ ਕੁਐਸਚਨਸ। ਬੇਟਾ ਤੁਹਾਨੂੰ ਪੇਪਰ ਦੇ ਵਿੱਚ ਜਿਹੜਾ ਭਾਗ ਪਹਿਲਾ ਆਉਣਾ ਉਹ 'ਚ 3 ਅੰਕ ਦੇ ਕੁਐਸਚਨ ਆਉਣੇ ਨੇ। 21 ਅੰਕ ਦੇ 3 ਪ੍ਰਸ਼ਨ ਹੋਣਗੇ। ਕੁੱਲ ਅੰਕ ਉਹਦੇ ਹੋਣਗੇ 3 ਪ੍ਰਸ਼ਨ ਹੋਣਗੇ। ਤਿੰਨੇ ਹੀ ਤੁਸੀਂ ਅਟੈਂਪਟ ਕਰਨੇ ਹੋਣਗੇ। ਸ਼ਾਰਟ ਆਨਸਰ ਟਾਈਪ ਕੁਐਸਚਨ ਨੇ। ਇੱਕ ਲਾਈਨ ਦੇ ਵਿੱਚ ਜਾਂ ਡੇਢ ਲਾਈਨ ਦੇ ਵਿੱਚ ਵੀ ਉਹਦਾ ਰਿਪਲਾਈ ਕੰਪਲੀਟ ਹੋ ਜਾਊਗਾ। ਜਿਹੋ ਜਿਹਾ ਪ੍ਰਸ਼ਨ ਪੁੱਛਿਆ ਹੋਵੇ ਉਸੇ ਤਰ੍ਹਾਂ ਤੁਸੀਂ ਉਹਨੂੰ ਸ਼ਾਰਟ ਹੀ ਉਹਦਾ ਆਨਸਰ ਦੇਣਾ। ਸੋ ਜਿਵੇਂ ਕਿ ਪਹਿਲਾ ਕੁਐਸਚਨ ਤੁਹਾਡੇ ਸਾਹਮਣੇ ਆ ਰਿਹਾ, ਕਾਫੀ ਇੰਪੋਰਟੈਂਟ ਕੁਐਸਚਨ ਹੈ। ਆਫਤ ਕਿਸ ਨੂੰ ਆਖਦੇ ਹਨ? ਆਪਾਂ ਨੇ ਚੈਪਟਰ ਪੜ੍ਹਿਆ ਸੀ ਕੁਦਰਤੀ ਆਫਤਾਂ ਵਾਲਾ। ਖਤਰੇ ਜਦੋਂ ਘਾਤਕ ਘਟਨਾ ਦਾ ਰੂਪ ਧਾਰਨ ਕਰ ਲੈਂਦੇ ਹਨ, ਜਦੋਂ ਕੋਈ ਮੁਸੀਬਤ ਕੋਈ ਪ੍ਰੋਬਲਮ ਜਿਹੜੀ ਆਉਂਦੀ ਹੈ ਬਹੁਤ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਅਤੇ ਬਹੁਤ ਨੁਕਸਾਨ ਕਰਦੀ ਹੈ, ਉਸ ਨੂੰ ਬੇਟਾ ਅਸੀਂ ਆਫਤ ਬੋਲਦੇ ਹਾਂ। ਤੁਸੀਂ ਇੰਨਾ ਹੀ ਲਿਖਣਾ ਹੈ, ਖਤਰੇ ਜਦੋਂ ਘਾਤਕ ਘਟਨਾ ਦਾ ਰੂਪ ਧਾਰਨ ਕਰ ਲੈਂਦੇ ਹਨ ਤਾਂ ਉਹਨਾਂ ਨੂੰ ਆਫਤ ਆਖਿਆ ਜਾਂਦਾ ਹੈ ਜਾਂ ਆਫਤਾਂ ਆਖਿਆ ਜਾਂਦਾ ਹੈ। ਕਲੀਅਰ, ਸਿੰਪਲ ਇੱਕ ਨੰਬਰ। ਹੁਣ ਇਹਦੇ ਨਾਲ ਹੀ ਕੁਐਸਚਨ ਬਣ ਜਾਂਦਾ ਹੈ, ਆਫਤਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਨੇ? ਬੇਟਾ ਆਫਤਾਂ ਹੁੰਦੀਆਂ ਨੇ 2 ਪ੍ਰਕਾਰ ਦੀਆਂ। ਇਹ ਪ੍ਰਸ਼ਨ ਦਾ ਉੱਤਰ ਆਊਗਾ ਆਫਤਾਂ 2 ਪ੍ਰਕਾਰ ਦੀਆਂ ਹੁੰਦੀਆਂ ਹਨ। ਕਿਹੜੀਆਂ ਪੁੱਛ ਲਏ ਨਾਲ ਤਾਂ ਲਿਖ ਦਿਓ ਮਨੁੱਖੀ ਆਫਤਾਂ ਅਤੇ ਕੁਦਰਤੀ ਆਫਤਾਂ। ਕਿਹੜੀਆਂ ਆਫਤਾਂ? ਮਨੁੱਖੀ ਆਫਤਾਂ ਹੁੰਦੀਆਂ ਨੇ ਇੱਕ ਹੁੰਦੀਆਂ ਨੇ ਜੀ ਕੁਦਰਤੀ ਆਫਤਾਂ। ਆਫਤਾਂ 2 ਪ੍ਰਕਾਰ ਦੀਆਂ ਹੁੰਦੀਆਂ ਨੇ। ਥਰਡ ਕੁਐਸਚਨ ਹੈ ਜਿਹੜਾ ਕਾਫੀ ਇੰਪੋਰਟੈਂਟ ਹੈ, ਪੇਪਰ 'ਚ ਕਈ ਵਾਰ ਆ ਚੁੱਕਿਆ। ਕੁਦਰਤੀ ਆਫਤਾਂ ਕਿਹੜੀਆਂ ਹਨ? ਕਿਹੜੀਆਂ ਆਫਤਾਂ ਨੂੰ ਅਸੀਂ ਕੁਦਰਤੀ ਆਫਤਾਂ ਆਖਦੇ ਹਨ? ਅਜਿਹੀਆਂ ਆਫਤਾਂ ਜਿਹੜੀਆਂ ਕੁਦਰਤ ਦੁਆਰਾ ਪ੍ਰੋਡਿਊਸ ਕੀਤੀਆਂ ਜਾਂਦੀਆਂ, ਕੁਦਰਤ ਦੁਆਰਾ ਦਿੱਤੀਆਂ ਜਾਂਦੀਆਂ ਨੇ ਜਾਂ ਪੈਦਾ ਕੀਤੀਆਂ ਜਾਂਦੀਆਂ, ਉਹਨੂੰ ਅਸੀਂ ਕੁਦਰਤੀ ਆਫਤਾਂ ਆਖਦੇ ਹਾਂ। ਜਿਹਦੀਆਂ ਉਦਾਹਰਨਾਂ ਕੀ ਨੇ? ਜਿਵੇਂ ਭੂਚਾਲ ਦਾ ਆਉਣਾ, ਜਵਾਲਾਮੁਖੀ ਫੁੱਟ ਪੈਣਾ, ਹੜ੍ਹ ਆ ਜਾਣੇ, ਬਹੁਤ ਜ਼ਿਆਦਾ ਬਾਰਿਸ਼ ਹੋ ਗਈ, ਤੂਫਾਨ, ਤੇਜ਼ ਹਵਾਵਾਂ ਦਾ ਚੱਲਣਾ, ਸੁਨਾਮੀ, ਸਮੁੰਦਰ ਦੇ ਵਿੱਚ ਜਿਹੜੀਆਂ ਸੁਨਾਮੀ ਲਹਿਰਾਂ ਉੱਡਦੀਆਂ ਨੇ, ਚੱਕਰਵਾਤਾਂ ਦਾ ਆਉਣਾ, ਭੂਮੀ ਦਾ ਖਿਸਕਣਾ, ਸੋਕਾ, ਬਾਰਿਸ਼ ਨਾ ਹੋਈ, ਪਾਣੀ ਨਾ ਆਇਆ ਤਾਂ ਸੋਕਾ ਪੈ ਜਾਣਾ, ਪਹਾੜਾਂ ਦੇ ਉੱਤੇ ਬਰਫ਼ ਦੇ ਤੋਂਦਿਆਂ ਦਾ ਖਿਸਕਣਾ। ਇਹ ਸਾਰੀਆਂ ਬੇਟਾ ਸਾਡੇ ਕੋਲ ਕੁਦਰਤੀ ਆਫਤਾਂ ਦੀ ਐਗਜ਼ਾਮਪਲਸ ਨੇ। ਇਹ ਤਿੰਨੇ ਕੁਐਸਚਨ ਕਾਫੀ ਇੰਪੋਰਟੈਂਟ ਨੇ, ਪੇਪਰ ਦੇ ਵਿੱਚ ਆਉਣ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ। ਤਾਂ ਅਗਲਾ ਕੁਐਸਚਨ, ਦੇਸੀ ਰਿਆਸਤਾਂ ਦਾ ਏਕੀਕਰਨ ਦਾ ਸਿਹਰਾ ਕਿਸ ਦੇ ਸਿਰ ਜਾਂਦਾ ਹੈ? ਬੇਟਾ ਇਹ 3 ਚੈਪਟਰ ਨੇ ਜਿਹਦੇ ਵਿੱਚੋਂ 21 ਅੰਕ ਦਾ ਇੱਕ ਪ੍ਰਸ਼ਨ ਆਉਣਾ ਹੈ। ਸੋ ਇਹ ਇਤਿਹਾਸ ਦਾ ਇੱਕ ਚੈਪਟਰ ਆ ਗਿਆ। ਦੇਸੀ ਰਿਆਸਤਾਂ 1947 ਤੋਂ ਮਗਰੋਂ ਜਦੋਂ ਭਾਰਤ ਆਜ਼ਾਦ ਹੋਇਆ ਬੇਟਾ, ਤਾਂ ਉਹਦੇ ਵਿੱਚ ਭਾਰਤ ਦੇ ਵਿੱਚ ਕੁਝ ਰਾਜੇ ਮਹਾਰਾਜੇ ਵੀ ਸੀਗੇ ਜਿਨ੍ਹਾਂ ਨੂੰ ਭਾਰਤ ਦੇ ਵਿੱਚ ਰਲਾਉਣ ਵਾਸਤੇ ਸਾਡੇ ਪਹਿਲੇ ਗ੍ਰਹਿ ਮੰਤਰੀ ਨੇ ਬਹੁਤ ਐਫਰਟਸ ਕੀਤੀਆਂ ਸੀ। ਉਹਨਾਂ ਦੀ ਐਫਰਟ ਦੇ ਸਦਕਾ ਹੀ ਜਿਹੜੀਆਂ ਲਗਭਗ 562 ਰਿਆਸਤਾਂ ਸੀਗੀਆਂ ਉਹਨਾਂ ਨੂੰ ਭਾਰਤ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ। ਉਹਨਾਂ ਦਾ ਨਾਮ ਸੀ ਸਰਦਾਰ ਵੱਲਭ ਭਾਈ ਪਟੇਲ। ਯਾਦ ਰੱਖਿਓ, ਸਰਦਾਰ ਵੱਲਭ ਭਾਈ ਪਟੇਲ। ਕਈ ਵਾਰ ਪ੍ਰਸ਼ਨ ਆਉਂਦਾ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਕੌਣ ਸੀਗੇ? ਗ੍ਰਹਿ ਮੰਤਰੀ ਵੀ ਭਾਰਤ ਦੇ ਪਹਿਲੇ ਬੇਟਾ ਸਰਦਾਰ ਵੱਲਭ ਭਾਈ ਪਟੇਲ ਹੀ ਉਹਦਾ ਆਨਸਰ ਆਊਗਾ। ਨੈਕਸਟ ਕੁਐਸਚਨ, ਪੰਜਾਬ ਵਿੱਚੋਂ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਨੇ? ਭਾਰਤ ਦੀ ਜਿਹੜੀ ਸੰਸਦ ਹੈ ਉਹਦੇ 2 ਸਦਨ ਨੇ, ਲੋਕ ਸਭਾ ਤੇ ਰਾਜ ਸਭਾ। ਤਾਂ ਉਹਦੇ ਵਿੱਚੋਂ ਵੱਖ-ਵੱਖ ਸੂਬਿਆਂ ਦੇ ਵਿੱਚੋਂ ਉੱਥੋਂ ਦੀ ਜਨਸੰਖਿਆ ਦੇ ਅਕੋਰਡਿੰਗਲੀ ਨੁਮਾਇੰਦੇ ਚੁਣੇ ਜਾਂਦੇ ਨੇ। ਤਾਂ ਪ੍ਰਸ਼ਨ ਹੈ ਜੀ, ਪੰਜਾਬ ਵਿੱਚੋਂ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਨੇ? ਇੰਪੋਰਟੈਂਟ ਪ੍ਰਸ਼ਨ ਹੈ। ਇਹਦਾ ਰਿਪਲਾਈ ਆ ਗਿਆ ਜੀ 7 ਮੈਂਬਰ ਚੁਣੇ ਜਾਂਦੇ ਨੇ ਰਾਜ ਸਭਾ ਲਈ। ਯਾਦ ਰੱਖਿਓ, ਪੰਜਾਬ ਵਿੱਚੋਂ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਨੇ? 7 ਮੈਂਬਰ। ਨੈਕਸਟ ਕੁਐਸਚਨ ਵੀ ਇਹਦੇ ਨਾਲ ਸੰਬੰਧਿਤ ਹੈ, ਪੰਜਾਬ ਵਿੱਚੋਂ ਲੋਕ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਨੇ? ਹੇਠਲਾ ਸਦਨ ਜਿਹਨੂੰ ਅਸੀਂ ਬੋਲਦੇ ਹਾਂ ਉਹਦੇ ਲਈ ਬੇਟਾ ਚੁਣੇ ਜਾਂਦੇ ਨੇ 13 ਮੈਂਬਰ। ਕਿੰਨੇ ਚੁਣੇ ਜਾਂਦੇ ਨੇ ਜੀ? 13 ਮੈਂਬਰ ਚੁਣੇ ਜਾਂਦੇ ਆ। ਦੇਖੋ ਨੈਕਸਟ ਕੁਐਸਚਨ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਆ ਰਿਹਾ ਹੈ। ਪ੍ਰਸ਼ਨ ਨੰਬਰ 7, ਸੰਵਿਧਾਨ ਸਭਾ ਦੀ ਸਥਾਪਨਾ ਕਦੋਂ ਹੋਈ? ਬੇਟਾ ਭਾਰਤ ਦਾ ਜਦੋਂ ਸੰਵਿਧਾਨ ਬਣਾਉਣ ਲਈ ਇੱਕ ਸੰਵਿਧਾਨ ਸਭਾ ਸਥਾਪਿਤ ਕੀਤੀ ਗਈ। ਇਹ ਕਦੋਂ ਸਥਾਪਿਤ ਕੀਤੀ ਗਈ? ਇਹਦਾ ਆਨਸਰ ਆ ਗਿਆ ਜੀ 16 ਮਈ 1946 ਨੂੰ ਸੰਵਿਧਾਨ ਸਭਾ ਸਥਾਪਿਤ ਕੀਤੀ ਗਈ ਸੀ। ਇਹਦੇ ਕੁੱਲ ਮੈਂਬਰ ਵੀ ਕਈ ਵਾਰ ਪੁੱਛ ਲਿਆ ਜਾਂਦਾ ਹੈ, ਤਾਂ ਮੈਂ ਨਾਲ ਲਿਖਤੇ। ਕੁੱਲ ਮੈਂਬਰਾਂ ਦੀ ਗਿਣਤੀ ਸੀ 399 ਦੇ ਕੁੱਲ ਮੈਂਬਰ ਸੀ। ਨੈਕਸਟ ਕੁਐਸਚਨ ਤੁਹਾਡੇ ਕੋਲ ਆ ਗਿਆ, ਸਰਕਾਰ ਸੰਸਦ ਪ੍ਰਤੀ ਕਿਵੇਂ ਜ਼ਿੰਮੇਵਾਰ ਹੁੰਦੀ ਹੈ? ਸਰਕਾਰ ਹੈ ਜਿਹੜੀ ਉਹ ਸੰਸਦ ਪ੍ਰਤੀ ਕਿਵੇਂ ਉੱਤਰਦਾਈ ਹੁੰਦੀ ਹੈ, ਕਿਵੇਂ ਜ਼ਿੰਮੇਵਾਰ ਹੁੰਦੀ ਹੈ, ਕਿਵੇਂ ਰਿਸਪੌਂਸੀਬਲ ਹੁੰਦੀ ਹੈ? ਕਹਿੰਦਾ ਸਰਕਾਰ ਉਹਨਾਂ ਚਿਰ ਹੀ ਆਪਣੇ ਅਹੁਦੇ ਤੇ ਵਿਰਾਜਮਾਨ ਹੁੰਦੀ ਹੈ ਜਿੰਨਾ ਚਿਰ ਉਸ ਕੋਲ ਸੰਸਦ ਵਿੱਚ ਬਹੁਮਤ ਹੋਵੇ। ਬੇਟਾ ਜਦੋਂ ਸਰਕਾਰ ਕਿਹਨਾਂ ਦੀ ਬਣਦੀ ਹੈ? ਜਿਨ੍ਹਾਂ ਕੋਲੇ ਸੰਸਦ ਵਿੱਚ ਬਹੁਮਤ ਹੋਵੇ। ਜੇਕਰ ਬਹੁਮਤ ਨਹੀਂ ਮਿਲਦਾ ਤਾਂ ਸਰਕਾਰ ਨੂੰ ਅਸਤੀਫਾ ਦੇਣਾ ਪੈਂਦਾ ਹੈ। ਜਿਹੜੇ ਸਰਕਾਰ ਮੁੱਖ ਮੰਤਰੀ ਜਾਂ ਆਪਾਂ ਲਾ ਲਈਏ ਜੇ ਰਾਜਾਂ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਆ ਗਏ, ਜੇ ਦੇਸ਼ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ। ਸੋ ਜਿੰਨਾ ਚਿਰ ਉਹਨਾਂ ਕੋਲੇ ਬਹੁਮਤ ਹੈ ਸੰਸਦ ਦੇ ਵਿੱਚ, ਉਹਨਾਂ ਚਿਰ ਹੀ ਉਹ ਆਪਣੇ ਕਾਰਜ ਦੇ ਉੱਤੇ ਆਪਣੇ ਅਹੁਦੇ ਦੇ ਉੱਤੇ ਵਿਰਾਜਮਾਨ ਰਹਿ ਸਕਦੇ ਹਨ। ਨੈਕਸਟ ਕੁਐਸਚਨ, ਭਾਰਤੀ ਸੰਵਿਧਾਨ ਕਦੋਂ ਬਣ ਕੇ ਤਿਆਰ ਹੋ ਗਿਆ ਸੀ? ਦੇਖੋ ਭਾਰਤੀ ਸੰਵਿਧਾਨ ਕਦੋਂ ਬਣ ਕੇ ਤਿਆਰ ਹੋ ਗਿਆ ਸੀ ਬੇਟਾ ਜੀ? ਇਹ ਯਾਦ ਰੱਖਣਾ, ਧਿਆਨ ਨਾਲ ਪ੍ਰਸ਼ਨ ਨੂੰ ਪੜ੍ਹ ਕੇ ਜਵਾਬ ਦੇਣਾ ਹੈ। ਕਈ ਵਾਰ ਬੱਚੇ ਫਟਾਫਟ 26 ਜਨਵਰੀ 1950 ਲਿਖ ਦਿੰਦੇ ਨੇ। ਨਹੀਂ, ਉਰੇ ਕਦੋਂ ਬਣ ਕੇ ਤਿਆਰ ਹੋ ਗਿਆ ਸੀ? ਬੇਟਾ ਬਣ ਕੇ ਤਿਆਰ ਹੋਇਆ ਸੀ 26 ਨਵੰਬਰ 1949। ਕਦੋਂ ਹੋਇਆ ਸੀ ਜੀ? 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ ਸੀ, ਪਰ ਅਸੀਂ 2 ਮਹੀਨੇ ਲੇਟ ਲਾਗੂ ਕੀਤਾ ਸੀ। 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ। ਨੈਕਸਟ ਕੁਐਸਚਨ ਆ ਗਿਆ,
ਭਾਰਤੀ ਸੰਵਿਧਾਨ ਕਿਸ ਮਿਤੀ ਨੂੰ ਲਾਗੂ ਕੀਤਾ ਗਿਆ? ਦੇਖੋ ਆ ਗਿਆ ਨਾ ਪ੍ਰਸ਼ਨ, 10ਵਾਂ ਨੰਬਰ ਪ੍ਰਸ਼ਨ ਤੇ ਕੀ ਆ ਗਿਆ ਪਤਾ ਹੈ ਸਾਰਿਆਂ ਨੂੰ, 26 ਜਨਵਰੀ 1950 ਨੂੰ ਅਸੀਂ ਭਾਰਤੀ ਸੰਵਿਧਾਨ ਲਾਗੂ ਕੀਤਾ ਸੀ। ਇਸੇ ਕਰਕੇ ਅਸੀਂ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਉਂਦੇ ਹਾਂ। ਕਲੀਅਰ ਜੀ? ਬਣ ਕੇ ਤਿਆਰ ਹੋ ਗਿਆ ਸੀ 26 ਨਵੰਬਰ 1949 ਤੇ ਲਾਗੂ ਕੀਤਾ ਗਿਆ ਸੀ 26 ਜਨਵਰੀ 1950 ਨੂੰ। ਨੈਕਸਟ ਪ੍ਰਸ਼ਨ ਭੂਗੋਲ ਦੇ ਵਿੱਚੋਂ ਆ ਗਿਆ, ਮਹਾਮਾਰੀ ਤੋਂ ਕੀ ਭਾਵ ਹੈ? ਬੇਟਾ ਜਦੋਂ ਕੋਈ ਬਿਮਾਰੀ ਬਹੁਤ ਵੱਡੇ ਪੱਧਰ ਉੱਤੇ ਲੋਕਾਂ ਉੱਤੇ ਮਾਰੂ ਪ੍ਰਭਾਵ ਪਾਉਂਦੀ ਹੈ, ਬਹੁਤ ਨੁਕਸਾਨ ਹੋ ਜਾਂਦਾ ਹੈ, ਬਹੁਤ ਜਨ ਧਨ ਦਾ ਨੁਕਸਾਨ ਹੋ ਜਾਂਦਾ ਹੈ, ਉਸ ਨੂੰ ਅਸੀਂ ਮਹਾਮਾਰੀ ਆਖਦੇ ਹਾਂ। ਜਿਵੇਂ ਕਿ ਅਸੀਂ ਪਿਛਲੇ 1.5-2 ਸਾਲ ਦੇ ਦੌਰ ਦੇ ਵਿੱਚੋਂ ਨਿਕਲ ਕੇ ਆਏ ਹਾਂ, ਕਰੋਨਾ ਮਹਾਮਾਰੀ। ਇਹਨੇ ਮਹਾਮਾਰੀ ਨੇ ਸਾਡੇ ਦੇਸ਼ ਦੇ ਵਿੱਚ ਨਾ ਕਿ ਹਾਲੇ ਦੇਸ਼ ਦੇ ਵਿੱਚ ਬਲਕਿ ਪੂਰੀ ਦੁਨੀਆ ਦੇ ਵਿੱਚ ਬਹੁਤ ਵਿਨਾਸ਼ਕ ਰੂਪ ਧਾਰਨ ਕਰ ਲਿਆ ਸੀ। ਸੋ ਇਹ ਹੈ ਮਹਾਮਾਰੀ, ਜਦੋਂ ਕੋਈ ਬਿਮਾਰੀ ਬਹੁਤ ਵੱਡੇ ਪੱਧਰ ਉੱਤੇ ਲੋਕਾਂ ਉੱਤੇ ਮਾਰੂ ਪ੍ਰਭਾਵ ਪਾਉਂਦੀ ਹੈ ਤਾਂ ਉਸ ਨੂੰ ਅਸੀਂ ਮਹਾਮਾਰੀ ਆਖਦੇ ਹਾਂ। ਜੇ ਨਾਮ ਲਿਖਣਾ ਹੋਵੇ, ਕਰੋਨਾ, ਪਲੇਗ ਆਦਿ ਇਹ ਸਾਰੀਆਂ ਮਹਾਮਾਰੀਆਂ ਹਨ। ਨੈਕਸਟ ਕੁਐਸਚਨ, ਭਾਰਤੀ ਸੰਸਦ ਦੇ ਕਿੰਨੇ ਸਦਨ ਹਨ? ਆਪਾਂ ਹੁਣੀ 9ਵੇਂ 10ਵੇਂ ਕੁਐਸਚਨ ਵੇਲੇ ਡਿਸਕਸ ਕਰਕੇ ਆਏ ਹਾਂ। ਭਾਰਤੀ ਸੰਸਦ ਦੇ ਬੇਟਾ 2 ਸਦਨ ਨੇ। ਕਿੰਨੇ ਸਦਨ ਨੇ? 2 ਸਦਨ। ਨਾਮ ਉਹਨਾਂ ਦੇ ਰਾਜ ਸਭਾ ਤੇ ਲੋਕ ਸਭਾ। ਭਾਰਤੀ ਸੰਸਦ ਦੇ 2 ਸਦਨ ਹਨ, ਉਹਨਾਂ ਦੇ ਨਾਮ ਹਨ ਰਾਜ ਸਭਾ ਅਤੇ ਲੋਕ ਸਭਾ। ਚਲੋ ਜੀ ਅਗਲਾ ਪ੍ਰਸ਼ਨ ਦੇਖਦੇ ਹਾਂ ਆਪਾਂ। ਭੂਚਾਲ ਤੋਂ ਕੀ ਭਾਵ ਹੈ? ਦੇਖੋ ਭੂਗੋਲ ਦੇ ਵਿੱਚੋਂ ਫੇਰ ਪ੍ਰਸ਼ਨ ਆ ਗਿਆ, ਕੁਦਰਤੀ ਆਫਤਾਂ ਵਾਲੇ ਦੇ ਵਿੱਚੋਂ ਭੂਚਾਲ ਤੋਂ। ਧਰਤੀ ਦੇ ਹਿੱਲਣ ਨੂੰ ਭੂਚਾਲ ਕਹਿੰਦੇ ਹਨ। ਜਦੋਂ ਆਪਾਂ ਦੇਖਦੇ ਨਾ ਕਈ ਵਾਰ ਧਰਤੀ ਹਿੱਲਦੇ, ਆਪਾਂ ਬੈਠੇ ਬੈਠੇ ਦੇਖੀ ਵੀ ਕਿਵੇਂ ਪੱਖੇ ਜੇ ਕਿਵੇਂ ਹਿੱਲੀ ਜਾਂਦੇ ਨੇ ਬਿਨਾਂ ਚਲਾਏ, ਜਾਂ ਹਲਕੀ ਹਲਕੀ ਵਾਲਸ ਹਿੱਲਣ ਲੱਗ ਜਾਂਦੀਆਂ ਨੇ, ਜਾਂ ਕਈ ਵਾਰ ਬਹੁਤ ਤੇਜ਼ ਵੀ ਹੁੰਦਾ। ਸੋ ਧਰਤੀ ਦੇ ਹਿੱਲਣ ਨੂੰ ਭੂਚਾਲ ਆਖਦੇ ਹਾਂ, ਭੂਚਾਲ ਕਹਿੰਦੇ ਹਾਂ। ਇਹ ਸਿੰਪਲ ਤੁਸੀਂ ਉਹਦੀ ਪਰਿਭਾਸ਼ਾ ਲਿਖਣੀ ਹੈ। ਭੂਚਾਲ ਦੀ ਤੀਬਰਤਾ ਨੂੰ ਮਾਪਣ ਵਾਲੇ ਪੈਮਾਨਿਆਂ ਦਾ ਕੀ ਨਾਮ ਹੈ? ਰਿਐਕਟਰ ਪੈਮਾਨਾ ਤੇ ਮਰਕਾਲੀ ਪੈਮਾਨਾ। ਇਹ 2 ਜਿਹੜੇ ਪੈਮਾਨੇ ਨੇ ਇਹ ਭੂਚਾਲ ਦੀ ਤੀਬਰਤਾ ਨੂੰ ਮਾਪਣ ਵਾਸਤੇ ਵਰਤੇ ਜਾਂਦੇ ਨੇ। ਭੂਚਾਲ ਹੁੰਦਾ ਕੀ ਹੈ? ਧਰਤੀ ਦੀ ਹਿਲਜੁਲ ਨੂੰ ਅਸੀਂ ਕੀ ਬੋਲਦੇ ਹਾਂ? ਭੂਚਾਲ ਬੋਲਦੇ ਹਾਂ। ਇੰਪੋਰਟੈਂਟ ਕੁਐਸਚਨ ਹੈ। ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੈ? ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੈ ਇਹ ਪੁੱਛਿਆ ਗਿਆ, ਨਾ ਕਿ ਹੋ ਸਕਦੀ ਹੈ। ਸੋ ਕਿੰਨੀ ਹੈ? 545। ਇਹ ਧਿਆਨ ਨਾਲ ਆਨਸਰ ਦੇਣਾ ਹੈ। ਜੇ ਕਿੰਨੀ ਹੈ ਤਾਂ 545 ਇਹਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਆ ਗਿਆ ਨੈਕਸਟ, ਰਾਜ ਸਭਾ ਲੋਕ ਉਰੇ ਦੁਆਰਾ ਪੈ ਗਿਆ, ਉਰੇ ਇਕੱਲਾ ਹੈਗਾ ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੈ? ਲੋਕ ਸਭਾ ਦਾ ਪ੍ਰਸ਼ਨ ਤਾਂ ਉੱਪਰ ਆ ਚੁੱਕੇ ਨਾ। ਸੋ 15 ਨੰਬਰ ਹੈ, ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੈ? ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ ਹੈ ਬੇਟਾ 250, 250 ਯਾਦ ਰੱਖਣਾ ਹੈ। ਲੋਕ ਸਭਾ ਦੇ ਮੈਂਬਰ 545, ਰਾਜ ਸਭਾ ਦੇ ਮੈਂਬਰ 250। ਕੁਐਸਚਨ ਨੰਬਰ 26 ਕੁਐਸਚਨ ਨੰਬਰ ਆ ਗਿਆ ਤੁਹਾਡੇ ਕੋਲੇ 16। ਭਾਰਤ ਦੇ ਰਾਸ਼ਟਰਪਤੀ ਬਣਨ ਲਈ ਘੱਟ ਤੋਂ ਘੱਟ ਉਮਰ ਕਿੰਨੀ ਹੋਣੀ ਜ਼ਰੂਰੀ ਹੈ? ਬਹੁਤ ਇੰਪੋਰਟੈਂਟ ਪ੍ਰਸ਼ਨ ਹੈ। ਕਿੰਨੀ ਹੋਣੀ ਚਾਹੀਦੀ ਹੈ ਜੀ? 35 ਇਅਰਸ। ਬਿਲਕੁਲ ਇਹ ਯਾਦ ਰੱਖਣੀ। ਅਕਸਰ ਬੱਚੇ ਕੁਐਸਚਨ ਗਲਤ ਕਰਕੇ ਆਉਂਦੇ ਨੇ, 25 ਸਾਲ ਜਾਂ 30 ਸਾਲ ਲਿਖੇ ਆਉਂਦੇ ਨੇ। ਨਹੀਂ, ਭਾਰਤ ਦੇ ਰਾਸ਼ਟਰਪਤੀ ਬਣਨ ਵਾਸਤੇ ਉਮਰ ਕਿੰਨੀ ਹੋਣੀ ਚਾਹੀਦੀ ਹੈ? ਘੱਟ ਤੋਂ ਘੱਟ 35 ਸਾਲ ਦੀ ਉਮਰ ਹੋਣੀ ਜ਼ਰੂਰੀ ਹੈ। ਅਗਲਾ ਪ੍ਰਸ਼ਨ, ਸੰਸਦ ਦਾ ਸ਼ਬਦੀ ਅਰਥ ਕੀ ਹੈ? ਸੰਸਦ ਪਾਰਲਲ ਵਰਡ ਤੋਂ ਲਿਆ ਗਿਆ ਹੈ, ਜਿਹਦਾ ਮਤਲਬ ਹੁੰਦਾ ਹੈ ਗੱਲਬਾਤ ਕਰਨਾ। ਸੋ ਇਹਦਾ ਤੁਸੀਂ ਆਨਸਰ ਲਿਖ ਸਕਦੇ ਹੋ, ਗੱਲਬਾਤ ਕਰਨਾ। ਇੱਕ ਅਜਿਹੀ ਸੰਸਥਾ ਜਿੱਥੇ ਬੈਠ ਕੇ ਲੋਕ ਗੱਲਬਾਤ ਪਾਲਿਸੀਜ਼ ਬਣਾਉਂਦੇ ਨੇ, ਰੂਲ ਐਂਡ ਰੈਗੂਲੇਸ਼ਨ ਬਣਾਉਂਦੇ ਨੇ, ਵਿਚਾਰ ਵਟਾਂਦਰਾ ਕਰਦੇ ਨੇ, ਉਸ ਸਥਾਨ ਨੂੰ ਅਸੀਂ ਕੀ ਬੋਲਦੇ ਹਾਂ? ਸੰਸਦ। ਅੰਗਰੇਜ਼ੀ ਦੇ ਵਰਡ ਪਾਰਲਰ ਤੋਂ, ਜਿਹਦੀ ਗਾਹਾਂ ਸ਼ਾਬਦਿਕ ਅਰਥ ਨਿਕਲ ਜਾਂਦਾ ਹੁੰਦਾ ਹੈ ਗੱਲਬਾਤ ਕਰਨਾ। ਨੈਕਸਟ ਆ ਗਿਆ ਪੰਚਸ਼ੀਲ ਦਾ ਕੋਈ ਸਿਧਾਂਤ ਲਿਖੋ। ਬੇਟਾ ਪੰਚਸ਼ੀਲ ਸਮਝੌਤਾ ਹੋਇਆ ਸੀ ਭਾਰਤ ਤੇ ਚੀਨ ਦੇ ਵਿਚਕਾਰ ਹੋਇਆ ਸੀ ਪੰਚਸ਼ੀਲ ਸਮਝੌਤਾ। ਸੋ ਇਹਦੇ 5 ਸਿਧਾਂਤ ਸੀ। ਤੁਹਾਨੂੰ ਕੋਈ 1 ਨੰਬਰ ਦਾ ਪ੍ਰਸ਼ਨ ਹੈ ਤਾਂ 1 ਸਿਧਾਂਤ ਲਿਖਣਾ ਹੋਊਗਾ। ਕੋਈ ਵੀ 1 ਸਿਧਾਂਤ ਲਿਖ ਲਓ। ਭਾਵ ਭਾਰਤ ਤੇ ਚੀਨ ਨੇ ਆਪਸ 'ਚ ਕੀ ਸਮਝੌਤਾ ਕੀਤਾ? ਪਰਸਪਰ ਹਮਲਾ ਨਾ ਕਰਨਾ, ਵੀ ਇੱਕ ਦੂਜੇ ਤੇ ਅਸੀਂ ਹਮਲਾ ਨਹੀਂ ਕਰਾਂਗੇ, ਲੜਾਈ ਨਹੀਂ ਕਰਾਂਗੇ, ਯੁੱਧ ਨਹੀਂ ਕਰਾਂਗੇ। ਦੂਸਰਾ, ਇੱਕ ਦੂਜੇ ਦੇ ਮਸਲਿਆਂ ਜਾਂ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਹੀਂ ਕਰਾਂਗੇ। ਚੀਨ ਆਪਦੇ ਮਸਲੇ ਆਪ ਨਿਬੇੜੂ, ਭਾਰਤ ਆਪਦੇ ਮਸਲੇ ਆਪ ਨਿਬੇੜੂ। ਇਹ ਪੰਚਸ਼ੀਲ ਦੇ ਕੁਝ ਸਿਧਾਂਤ ਸੀਗੇ, ਜਿਹਦੇ ਵਿੱਚ 2 ਮੈਂ ਤੁਹਾਨੂੰ ਲਿਖਤੇ। ਜਿਹੜਾ ਤੁਹਾਨੂੰ ਸੌਖਾ ਲੱਗਦਾ ਹੈ ਉਹ ਯਾਦ ਕਰਕੇ ਤੁਸੀਂ ਪੇਪਰ ਦੇ ਵਿੱਚ ਲਿਖ ਕੇ ਆ ਸਕਦੇ ਹੋ, ਕਿਉਂਕਿ 1 ਨੰਬਰ ਦਾ ਪ੍ਰਸ਼ਨ ਹੈ। ਇਹ ਸਾਰੇ ਆਪਾਂ ਭਾਗ ਊੜਾ ਭਾਗ ਪਹਿਲਾ, ਜਿਹਦੇ ਵਿੱਚ 1 ਅੰਕ ਦੇ 3 ਪ੍ਰਸ਼ਨ ਆਉਣੇ ਨੇ, ਉਹਦੇ ਪ੍ਰਸ਼ਨ ਹੀ ਕਰ ਰਹੇ ਹਾਂ। ਸਾਰੇ ਉੱਥੇ ਹੀ ਆਉਣ ਵਾਲੇ ਇੰਪੋਰਟੈਂਟ ਪ੍ਰਸ਼ਨ ਨੇ। ਨੈਕਸਟ ਕੁਐਸਚਨ ਤੁਹਾਡੇ ਕੋਲ ਆ ਗਿਆ, ਸੰਸਦੀ ਸਰਕਾਰ ਦੀ ਕੋਈ ਵਿਸ਼ੇਸ਼ਤਾ ਲਿਖੋ। ਭਾਰਤ ਵਿੱਚ ਸੰਸਦੀ ਸਰਕਾਰ ਹੈ, ਇਹਦੀਆਂ ਕਾਫੀ ਵਿਸ਼ੇਸ਼ਤਾ ਨੇ। ਕੋਈ ਵਿਸ਼ੇਸ਼ਤਾ ਭਾਵ 1 ਵਿਸ਼ੇਸ਼ਤਾ ਜਿਹੜੀ ਮਰਜ਼ੀ ਲਿਖ ਦਿਓ, ਕਿਉਂਕਿ 1 ਨੰਬਰ ਦਾ ਪ੍ਰਸ਼ਨ ਹੈ। ਨਾਮਾਤਰ ਅਤੇ ਅਸਲ ਕਾਰਜਪਾਲਿਕਾ ਵਿੱਚ ਅੰਤਰ ਹੁੰਦਾ ਹੈ। ਜਿਵੇਂ ਭਾਰਤ ਦੇ ਵਿੱਚ ਨਾਮਾਤਰ ਤੇ ਅਸਲ ਕਾਰਜਪਾਲਿਕਾ ਹੈਗੀ ਹੈ, ਸਾਡੇ ਕੋਲੇ ਰਾਸ਼ਟਰਪਤੀ ਵੀ ਹੈਗੇ ਨੇ, ਸਾਡੇ ਕੋਲੇ ਪ੍ਰਧਾਨ ਮੰਤਰੀ ਵੀ ਹੈਗੇ ਨੇ। ਕਾਰਜਪਾਲਿਕਾ ਦੀ ਸੰਸਦ ਪ੍ਰਤੀ ਜ਼ਿੰਮੇਵਾਰੀ, ਬਿਲਕੁਲ ਜੋ ਕਾਰਜਪਾਲਿਕਾ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਕੰਮ ਕਰਦੀ ਹੈ, ਉਹ ਸੰਸਦ ਪ੍ਰਤੀ ਉੱਤਰਦਾਈ ਹੁੰਦੀ ਹੈ, ਜਵਾਬਦੇਹੀ ਹੁੰਦੀ ਹੈ। ਪ੍ਰਧਾਨ ਮੰਤਰੀ ਦੀ ਅਗਵਾਈ, ਪ੍ਰਧਾਨ ਮੰਤਰੀ ਜਿਹਦੇ ਵਿੱਚ ਲੀਡਿੰਗ ਰੋਲ ਅਦਾ ਕਰਦੇ ਨੇ। ਇਹ ਸੰਸਦੀ ਸਰਕਾਰ ਦੀਆਂ ਜਿਹੜੀਆਂ ਕੁਝ ਵਿਸ਼ੇਸ਼ਤਾਵਾਂ ਹਨ। ਇਹਨਾਂ 'ਚ ਕੋਈ ਮਰਜ਼ੀ 1 ਲਿਖ ਸਕਦੇ ਹੋ ਤੁਸੀਂ। 1 ਲਿਖਣੀ ਹੋਊ, 1 ਨੰਬਰ ਦਾ ਆਇਆ ਤਾਂ 1 ਲਿਖਣੀ ਹੋਊ, ਤੇ ਲਿਖਿਆ ਹੋਊ ਵੀ ਕੋਈ 1 ਵਿਸ਼ੇਸ਼ਤਾ ਤਾਂ 1 ਵਿਸ਼ੇਸ਼ਤਾ ਲਿਖੀ ਹੋਈ, ਸਾਰੀਆਂ ਲਿਖਣ ਦੀ ਲੋੜ ਨਹੀਂ ਹੈ। ਨੈਕਸਟ ਕੁਐਸਚਨ, ਧਨ ਬਿੱਲ ਸੰਸਦ ਦੇ ਕਿਹੜੇ ਸਦਨ ਵਿੱਚ ਪੇਸ਼ ਕੀਤਾ ਜਾਂਦਾ ਹੈ? ਇਹ ਬੜਾ ਇੰਪੋਰਟੈਂਟ ਹੈ। ਬਜਟ
ਬੇਟਾ ਸੰਸਦ ਦੇ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਕੇਵਲ ਇਹਨੂੰ ਲੋਕ ਸਭਾ ਵਿੱਚ ਹੀ ਪੇਸ਼ ਕੀਤਾ ਜਾਂਦਾ, ਰਾਜ ਸਭਾ 'ਚ ਪੇਸ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਓਕੇ, ਧੰਨ ਬਿੱਲ ਨੂੰ। ਨੈਕਸਟ ਆ ਗਿਆ, ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ? ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸੀ? ਸਾਰਿਆਂ ਨੂੰ ਪਤਾ ਹੈ, ਡਾਕਟਰ ਰਜਿੰਦਰ ਪ੍ਰਸਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ। 21 ਅੰਕ ਵਾਲੇ ਪ੍ਰਸ਼ਨ ਨੇ ਬੇਟਾ ਜੀ ਇਹ। ਨੈਕਸਟ ਪ੍ਰਸ਼ਨ ਆ ਗਿਆ, ਸੰਵਿਧਾਨ ਸਭਾ ਦਾ ਪ੍ਰਧਾਨ ਕਿਸ ਨੂੰ ਬਣਾਇਆ ਗਿਆ? ਇਹ ਪ੍ਰਸ਼ਨ ਧਿਆਨ ਨਾਲ ਕਰਿਓ, ਸੰਵਿਧਾਨ ਸਭਾ ਪੁੱਛਿਆ ਗਿਆ ਹੈ ਬੇਟਾ। ਸੰਵਿਧਾਨ ਸਭਾ ਦਾ ਪ੍ਰਧਾਨ ਬਣਾਇਆ ਗਿਆ ਸੀ ਡਾਕਟਰ ਰਜਿੰਦਰ ਪ੍ਰਸਾਦ ਜੀ ਨੂੰ। ਸੰਵਿਧਾਨ ਸਭਾ ਦਾ ਪ੍ਰਧਾਨ ਕਿਸ ਨੂੰ ਬਣਾਇਆ ਗਿਆ ਸੀ? ਡਾਕਟਰ ਰਜਿੰਦਰ ਪ੍ਰਸਾਦ ਜੀ ਨੂੰ। ਸੰਵਿਧਾਨ ਸਭਾ ਦੇ ਵਿੱਚ ਇੱਕ ਹੋਰ ਸਭਾ ਸੀ ਜਿਹਨੂੰ ਬੋਲਦੇ ਨੇ ਮਸੌਦਾ ਕਮੇਟੀ। ਮਸੌਦਾ ਹੁੰਦਾ ਲਿਖਣ ਵਾਲੇ, ਜਿਨ੍ਹਾਂ ਨੇ ਸੰਵਿਧਾਨ ਲਿਖਿਆ ਸੀ, ਉਹਨਾਂ ਦਾ ਪ੍ਰਧਾਨ ਕਿਹਨੂੰ ਬਣਾਇਆ ਗਿਆ ਸੀ? ਉਹ ਪ੍ਰਸ਼ਨ ਅੱਗੇ ਆ ਰਿਹਾ ਆਪਣੇ ਕੋਲੇ। ਮਸੌਦਾ ਕਮੇਟੀ ਦਾ ਪ੍ਰਧਾਨ ਕੌਣ ਸੀ ਜਾਂ ਕਿਸ ਨੂੰ ਬਣਾਇਆ ਗਿਆ ਸੀ? ਬੇਟਾ ਇਹ ਹੈਗੇ ਨੇ ਸਾਡੇ ਕੋਲੇ ਡਾਕਟਰ BR ਅੰਬੇਦਕਰ। ਡਾਕਟਰ BR ਅੰਬੇਦਕਰ ਜੀ ਨੂੰ ਮਸੌਦਾ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ। ਯਾਦ ਰੱਖਣਾ ਹੈ, ਮਸੌਦਾ ਕਮੇਟੀ ਦਾ ਪ੍ਰਧਾਨ ਕੌਣ ਸੀ? ਡਾਕਟਰ BR ਅੰਬੇਦਕਰ। ਸੰਵਿਧਾਨ ਸਭਾ ਦਾ ਪ੍ਰਧਾਨ ਕੌਣ ਸੀ? ਡਾਕਟਰ ਰਜਿੰਦਰ ਪ੍ਰਸਾਦ। ਇਹ ਦੋ ਨਾਮਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਨੈਕਸਟ ਕੁਐਸਚਨ ਇੰਪੋਰਟੈਂਟ ਹੈ, ਗੁੱਟ ਨਿਰਪਲੇਖ ਲਹਿਰ ਦੀ ਪਹਿਲੀ ਮੀਟਿੰਗ ਕਦੋਂ ਹੋਈ? ਗੁੱਟ ਨਿਰਪਲੇਖ ਲਹਿਰ ਦੀ ਪਹਿਲੀ ਮੀਟਿੰਗ ਕਦੋਂ ਹੋਈ? ਬੇਟਾ ਇਹ ਹੋਈ ਸੀ 1961 ਦੇ ਵਿੱਚ, ਬਲਗੇਟ ਦੇ ਵਿੱਚ ਇਹ ਹੋਈ ਸੀ। ਗੁੱਟ ਨਿਰਪੇਖ ਲਹਿਰ ਭਾਵ ਜਿਹੜੇ ਸੈਕਿੰਡ ਵਰਲਡ ਵਾਰ ਤੋਂ ਮਗਰੋਂ ਇੱਕ USA ਤੇ USSR ਦੋ ਵਰਲਡ ਦੇ ਵਿੱਚ ਗੁੱਟ ਬਣ ਗਏ ਸੀ, ਉਹਨਾਂ ਤੋਂ ਦੂਰ ਰਹਿਣਾ, ਇਹ ਗੁੱਟ ਨਿਰਪੇਖ ਲਹਿਰ ਸੀ। ਸੋ ਇਹਦੀ ਪਹਿਲੀ ਮੀਟਿੰਗ 1961 ਦੇ ਵਿੱਚ ਹੋਈ ਸੀ। ਸੋ ਇਹ ਕੁਝ ਇੰਪੋਰਟੈਂਟ ਕੁਐਸਚਨ ਨੇ ਜਿਨ੍ਹਾਂ ਦੇ ਵਿੱਚੋਂ 3 ਨੰਬਰ ਦੇ ਤੁਹਾਨੂੰ 1 ਅੰਕ ਦੇ 3 ਕੁਐਸਚਨ ਆਉਣੇ ਨੇ 3 ਨੰਬਰ ਦੇ। ਮੈਨੂੰ ਉਮੀਦ ਹੈ ਵੀ ਤੁਸੀਂ ਇਹ ਚੰਗੀ ਤਰ੍ਹਾਂ ਯਾਦ ਕਰਕੇ ਜਾਵੋਗੇ। ਇਹਨਾਂ ਨੂੰ ਲਿਖ ਕੇ ਪ੍ਰੈਕਟਿਸ ਕਰਿਓ ਬੇਟਾ। ਕਈ ਵਾਰ ਨਾ ਅਸੀਂ ਪੜ੍ਹ ਲੈਂਦੇ ਹਾਂ ਵੀ ਮੇਰੇ ਸਮਝ ਆ ਗਏ, ਮੈਨੂੰ ਯਾਦ ਹੋ ਗਏ, ਨਹੀਂ, ਪੇਪਰ ਦੇ ਵਿੱਚ ਤੁਹਾਨੂੰ ਲਿਖਣ ਦੇ ਨੰਬਰ ਮਿਲਨੇ ਨੇ। ਸੋ ਕਿਰਪਾ ਕਰਕੇ ਇਹਨਾਂ ਪ੍ਰਸ਼ਨਾਂ ਨੂੰ ਸਾਰਿਆਂ ਨੂੰ ਯਾਦ ਕਰੋ, ਫਿਰ ਲਿਖ ਕੇ ਦੇਖੋ ਮੂੰਹ ਜ਼ੁਬਾਨੀ ਬਿਨਾਂ ਨਕਲ ਮਾਰੇ ਪ੍ਰਸ਼ਨ ਪੁੱਛੋ। 1-2 ਬੰਦੇ ਬੈਠ ਜਾਓ, ਇੱਕ ਦੂਜੇ ਨੂੰ ਪੁੱਛ ਕੇ ਪ੍ਰਸ਼ਨ ਪੁੱਛੀ ਚਲੋ, ਲਿਖੀ ਚਲੋ, ਪ੍ਰਸ਼ਨ ਪੁੱਛੀ ਚਲੋ, ਉੱਤਰ ਲਿਖੀ ਚਲੋ। ਸੋ ਤੁਹਾਡੇ ਯਾਦ ਹੋ ਜਾਣਗੇ। ਮੈਨੂੰ ਉਮੀਦ ਹੈ ਵੀ ਤੁਸੀਂ ਇਹ 3 ਅੰਕ ਦੇ ਜਿਹੜੇ ਆਉਣੇ ਨੇ ਇਹ ਸਾਰੇ ਦੇ ਸਾਰੇ ਕੰਪਲੀਟ ਇਹਦੇ 'ਚੋਂ ਪੂਰੇ ਅੰਕ ਪ੍ਰਾਪਤ ਕਰੋਗੇ। ਅੱਗੇ ਜਿਹੜੇ 2-2 ਅੰਕਾਂ ਵਾਲੇ ਪ੍ਰਸ਼ਨ ਨੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਕੁਝ ਹੋਰ ਪ੍ਰਸ਼ਨ ਕਰਾਂਗੇ। ਸੋ ਇਹ ਵੀਡੀਓ ਨੂੰ ਧਿਆਨ ਨਾਲ ਦੇਖਣ ਵਾਸਤੇ, ਸੁਣਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਪੇਪਰ ਦੀ ਤਿਆਰੀ ਚੰਗੀ ਤਰ੍ਹਾਂ ਕਰਿਓ, ਪ੍ਰਸ਼ਨ ਸੀਰੀਅਲ ਆਰਡਰ 'ਚ ਕਰਕੇ ਆਈਓ, ਕੋਈ ਉਲਟ ਪੁਲਟ ਪ੍ਰਸ਼ਨਾਂ ਦੇ ਉੱਤਰ ਨਹੀਂ ਦੇਣੇ। ਬਹੁਤ ਸਾਫ਼ ਸੁਥਰਾ ਪੇਪਰ ਆਪਾਂ ਕਰਕੇ ਆਉਣਾ ਹੈ ਤੇ ਵਧੀਆ ਨੰਬਰ ਲੈ ਕੇ ਆਪਾਂ ਪਾਸ ਹੋਵਾਂਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ। ਆਲ ਦਾ ਬੈਸਟ ਫॉर योर एग्जाम। ਟੇਕ ਕੇਅਰ।